क्योंकि गुरमीत राम रहीम सिंह ना ऑर्डनरी बंदा तो है नहीं। जिस टाइम बाबा एक मान लो रेपिस्ट और एक मर्डरर पेश होता है वीडियो कॉन्फ्रेंस पे, जज साहब उसको बाबा जी राम राम कह के और बाबा जी 26 को फैसला मांगो इस तरह से बोलते हैं। तो ਜਿਹਦੇ ਕੋਲ ਇੰਨੇ ਜ਼ਿਆਦਾ ਰਿਸੋਰਸਿਸ ਹੋਣ, ਇੰਨੀ ਐਬਿਲਿਟੀਜ਼ ਹੋਵੇ, ਬੈਸਟ ਲੀਗਲ ਟੈਲੈਂਟ ਉਹ ਹਾਇਰ ਕਰ ਸਕਦਾ ਹੁਣ, ਉਹਦੇ ਖਿਲਾਫ ਇੱਕ ਆਮ ਪਰਿਵਾਰ ਨੂੰ ਲੜਨਾ बहुत ही बहादुरी का काम है। चट्टान के साथ लड़ाई करने वाली बात थी, बिल्कुल एक कोई छोटी मोटी बात तो है नहीं कि हमारे बुजुर्गों ने बहुत हिम्मत से काम लिया सारा कुछ। और इस केस ਵਿੱਚ ਅਸੀਂ ਸੋਚਿਆ ਸੀ ਕਿ ਸਬੂਤ ਤਾਂ ਬਹੁਤ ਜ਼ਿਆਦਾ, ਕਿਉਂਕਿ ਇਹਨਾਂ ਸਬੂਤਾਂ ਦੇ ਆਧਾਰ ਤੇ ਪਹਿਲਾਂ ਉਹਨਾਂ ਨੂੰ ਇੱਕ ਕਤਲ ਕੇਸ 'ਚ ਸਜ਼ਾ ਹੋ ਚੁੱਕੀ ਹੈ। ਉਹੀ षडयंत्र ਜਿਹੜਾ ਜਿਸ ਤਰ੍ਹਾਂ ਉਹਨਾਂ ਨੇ ਕੀਤਾ ਸੀ ਜਰਨਲਿਸਟ ਨੂੰ ਕਤਲ ਕਰਨ ਲਈ, ਉਹੀ ਉਸੇ ਤਰ੍ਹਾਂ ਦਾ षडयंत्र ਉਹਨਾਂ ਨੇ ਕੀਤਾ ਸੀ। ਹਦਾਇਤਾਂ ਦਿੱਤੀਆਂ ਸੀ ਆਪਣੇ ਭਗਤਾਂ ਨੂੰ ਕਿ ਤੁਸੀਂ ਇਹਨਾਂ ਨੂੰ ਰਣਜੀਤ ਸਿੰਘ ਨੂੰ ਮਾਰ ਦਿਓ, ਕਿਉਂਕਿ ਉਹਨਾਂ ਨੂੰ ਸ਼ੱਕ ਸੀ ਕਿ ਰਣਜੀਤ ਸਿੰਘ ਦਾ ਹੱਥ ਹੈ ਇਹ ਖਬਰਾਂ ਫੈਲਾਉਣ ਦਾ, ਇਹ ਪੈਂਫਲੇਟ ਵੰਡਣ ਦਾ, ਕਿ ਇੱਥੇ ਸਾਧਵੀਆਂ ਦਾ ਸ਼ੋਸ਼ਣ ਹੁੰਦਾ। ਬਹੁਤ ਘੱਟ ਕੇਸਾਂ 'ਚ ਵਿਕਟਿਮ ਹਾਈ ਕੋਰਟ ਜਾਂਦਾ ਹੈ, ਕਿਉਂਕਿ ਵਿਕਟਿਮ ਨੂੰ ਤਾਂ ਇਹ ਇੰਟਰਸਟ ਹੁੰਦਾ ਕਿ ਕੇਸ ਜਲਦੀ ਫੈਸਲਾ ਦਿੱਤੇ। ਇੱਥੇ ਅਸੀਂ ਆਪ ਹੀ ਕਹਿ ਰਹੇ ਹਾਂ ਕਿ ਫੈਸਲਾ ਰੋਕ ਲਓ। ਅਤੇ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਗਏ ਸੀ, ਹਾਈ ਕੋਰਟ ਨੇ ਸਾਡੀ ਗੱਲ ਸੁਣੀ, ਦਲੀਲ ਸੁਣੀ। ਉਹਨਾਂ ਨੇ ਘੱਟੋ ਘੱਟ ਅਗਲੇ ਕੁਛ ਦਿਨਾਂ ਲਈ ਫੈਸਲਿਆਂ 'ਤੇ ਰੋਕ ਲਗਾ ਦਿੱਤੀ ਹੈ। ਡਿਫੈਂਸ ਕਾਉਂਸਲ ਮਹੀਨੇ ਬਹਿਸ ਕਰ ਰਹੇ ਨੇ। ਹੁਣ ਉਸ ਵੇਲੇ ਜੇ ਪਬਲਿਕ ਪ੍ਰੋਸੀਕਿਊਟਰ ਜਿਹਨੇ ਕਿ ਕੇਸ ਦੇ ਉਹਨਾਂ ਦੇ ਜਵਾਬ ਦੇਣੇ ਹੈ, ਤੁਸੀਂ ਉਹਨਾਂ ਨੂੰ 15 ਦਿਨ ਦਾ ਇਸ ਲਈ ਟਾਈਮ ਨਹੀਂ ਦੇ ਰਹੇ ਜਿੱਥੇ ਕਿ ਉਹ ਇਨਵੈਸਟੀਗੇਟਰ ਅਫਸਰ ਨੂੰ ਬੁਲਾ ਕੇ, ਕਿਉਂਕਿ ਉਹ ਰਿਟਾਇਰ ਹੋ ਚੁੱਕਾ ਹੈ, ਇਸ ਕਰਕੇ ਉਹਨੂੰ ਲੱਭ ਕੇ ਉਹਨੂੰ ਬੁਲਾਉਣਾ ਸੀ, ਉਹਨੂੰ ਰਿਕੁਐਸਟ ਕਰਨੀ ਸੀ ਕਿ ਮੇਰੀ ਮਦਦ ਕਰ। ਜਿਸ ਨੇ ਪੂਰੀ ਇਨਵੈਸਟੀਗੇਸ਼ਨ ਕੀਤੀ ਹੋਵੇ ਉਹ ਛੋਟੀ ਬਰੀਕੀਆਂ ਦਾ ਜਵਾਬ ਦੇ ਸਕਦਾ ਹੈ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਅੱਜ ਇੱਕ ਪੰਚਕੂਲਾ ਦੇ CBI ਕੋਰਟ ਵਿਖੇ ਫੈਸਲਾ ਆਉਣਾ ਸੀ ਰਣਜੀਤ ਸਿੰਘ ਮਰਡਰ ਕੇਸ ਮਾਮਲੇ ਵਿੱਚ, ਜਿਸ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ। ਲੇਕਿਨ ਕਾਰਨ ਕਿਆ ਰਹੇ ਨੇ, ਕਿਆ ਦਲੀਲਾਂ ਅੱਜ ਕੋਰਟ ਵਿੱਚ ਦਿੱਤੀਆਂ ਗਈਆਂ। ਸਾਡੇ ਨਾਲ ਗੱਲ ਕਰਨ ਦੇ ਲਈ ਰਣਜੀਤ ਦੇ ਬੇਟੇ ਤੇ ਨਾਲ RS ਬੈਂਸ ਸਰ, ਜਿਹੜੇ ਕਿ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਹੈ। ਸਰ, ਜਦੋਂ ਵੀ ਨਾਮ ਰਾਮ ਰਹੀਮ ਦਾ ਆਉਂਦਾ ਹੈ ਤੇ ਕਈ ਚੀਜ਼ਾਂ ਖੁੱਲ੍ਹਦੀਆਂ ਨੇ ਔਰ ਕਈ ਸਵਾਲ ਵੀ ਮਨਾਂ ਵਿੱਚ ਉੱਠਦੇ ਨੇ, ਕਿਉਂਕਿ ਸਮਾਂ ਇਹੀ ਦਿਨ ਸੀ ਜਦੋਂ ਸਜ਼ਾ ਹੋਈ ਸੀ। ਹੁਣ ਫੈਸਲਾ ਕੋਰਟ ਦਾ ਆਉਣਾ ਸੀ ਲੇਕਿਨ ਰੋਕ ਲਗਾਈ ਗਈ ਹੈ। ਕਿਆ ਗੁਹਾਲੇ ਔਰ ਕਿਆ ਦਲੀਲਾਂ ਕੋਰਟ ਵਿੱਚ ਦਿੱਤੀ ਗਈ ਔਰ ਮੇਨ ਕਿਸ ਚੀਜ਼ ਦੇ ਉੱਪਰ ਤੁਸੀਂ ਅੱਜ ਆਰਗੂਮੈਂਟਸ ਕੀਤੇ ਨੇ? ਕਿਉਂਕਿ ਗੁਰਮੀਤ ਰਾਮ ਰਹੀਮ ਸਿੰਘ ਨਾ ਔਰਡਨਰੀ ਬੰਦਾ ਤਾਂ ਹੈ ਨਹੀਂ। ਔਰਡਨਰੀ ਬੰਦੇ ਦਾ ਟਰਾਇਲ ਤਾਂ ਸ਼ਾਂਤੀ ਨਾਲ ਹੋ ਜਾਂਦਾ ਹੈ। ਜਿਹਦੇ ਕੋਲ ਇੰਨੇ ਜ਼ਿਆਦਾ ਰਿਸੋਰਸਿਸ ਹੋਣ, ਇੰਨੀ ਐਬਿਲਿਟੀਜ਼ ਹੋਵੇ, ਬੈਸਟ ਲੀਗਲ ਟੈਲੈਂਟ ਉਹ ਹਾਇਰ ਕਰ ਸਕਦਾ ਹੁਣ, ਉਹਦੇ ਖਿਲਾਫ ਇੱਕ ਆਮ ਪਰਿਵਾਰ ਨੂੰ ਲੜਨਾ ਬਹੁਤ ਹੀ ਬਹਾਦਰੀ ਦਾ ਕੰਮ ਹੈ। ਅਤੇ 19 ਸਾਲ ਤੋਂ ਜਗਸੀਰ ਲੜ ਰਿਹਾ, ਇਹਦਾ ਪਰਿਵਾਰ ਲੜ ਰਿਹਾ। ਔਰ ਇਹ ਸਭ ਤੋਂ ਇਹ ਡਾਊਟਫੁਲ ਗੱਲ ਕਹਿ ਲਓ ਜਾਂ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਹਨਾਂ ਹਾਲਾਤਾਂ ਵਿੱਚ ਕੋਰਟ ਨੇ ਬੈਲੈਂਸ ਰਿਸਟੋਰ ਕਰਨਾ ਹੁੰਦਾ ਕਿ ਜਿੰਨਾ ਮਰਜ਼ੀ ਤਗੜਾ, ਮਜ਼ਬੂਤ, ਅਮੀਰ ਜਾਂ ਇਨਫਲੂਐਂਸ਼ੀਅਲ ਮੁਜਰਿਮ ਹੋਵੇ ਔਰ ਦੂਜੇ ਪਾਸੇ ਜਿੰਨਾ ਮਰਜ਼ੀ ਆਰਡੀਨਰੀ ਪਰਿਵਾਰ ਹੋਵੇ, ਉਹਨਾਂ ਦੇ ਵਿੱਚ ਕੋਰਟ ਇੱਕ ਬੈਲੈਂਸ ਬਰਾਬਰ ਦਾ ਲੜਾਈ ਦਿੰਦੇ। ਲੜਾਈ ਵੀ ਨਹੀਂ ਹੁੰਦੀ, ਤੁਸੀਂ ਸਬੂਤ ਹੀ ਦੇਖਣੇ ਹੁੰਦੇ। ਇੱਕ ਪਾਸੇ ਸਬੂਤ ਦੇਣੇ ਹੁੰਦੇ ਆ, CBI ਦੀ ਮਦਦ ਨਾਲ ਇਹਨਾਂ ਨੇ ਸਬੂਤ ਦਿੱਤੇ, ਤਾਂ ਦੂਜੇ ਪਾਸੇ ਕੋਰਟ ਨੇ ਫੈਸਲਾ ਦੇਣਾ ਹੁੰਦਾ। ਕੋਰਟ ਦਾ ਬਿਹੇਵੀਅਰ ਬਿਲਕੁਲ ਨਿਊਟਰਲ ਚਾਹੀਦਾ ਹੁੰਦਾ, ਬਿਲਕੁਲ ਤਕੜੀ ਤਰ੍ਹਾਂ ਕਿ ਨਾ ਇੱਧਰ ਜਾ ਕੇ ਉਹਨਾਂ ਨੇ ਸਿਰਫ ਸਬੂਤ ਦਿੱਤੇ ਚੰਗੇ, ਉਸ ਹਿਸਾਬ ਨਾਲ ਜੇ ਸਬੂਤ ਹੈ ਤਾਂ ਸਜ਼ਾ ਦੇ ਦੇਣਗੇ, ਨਹੀਂ ਤਾਂ ਬਰੀ ਕਰ ਦੇਣਗੇ। ਔਰ ਇਸ ਕੇਸ ਵਿੱਚ ਅਸੀਂ ਸੋਚਿਆ ਸੀ ਕਿ ਸਬੂਤ ਤਾਂ ਬਹੁਤ ਜ਼ਿਆਦਾ, ਕਿਉਂਕਿ ਇਹਨਾਂ ਸਬੂਤਾਂ ਦੇ ਆਧਾਰ 'ਤੇ ਪਹਿਲਾਂ ਉਹਨਾਂ ਨੂੰ ਇੱਕ ਕਤਲ ਕੇਸ 'ਚ ਸਜ਼ਾ ਹੋ ਚੁੱਕੀ ਹੈ। ਉਹੀ षडयंत्र ਜਿਹੜਾ ਜਿਸ ਤਰ੍ਹਾਂ ਉਹਨਾਂ ਨੇ ਕੀਤਾ ਸੀ ਜਰਨਲਿਸਟ ਨੂੰ ਕਤਲ ਕਰਨ ਲਈ, ਉਹੀ ਉਸੇ ਤਰ੍ਹਾਂ ਦਾ षडयंत्र ਉਹਨਾਂ ਨੇ ਕੀਤਾ ਸੀ। ਹਦਾਇਤਾਂ ਦਿੱਤੀਆਂ ਸੀ ਆਪਣੇ ਭਗਤਾਂ ਨੂੰ ਕਿ ਤੁਸੀਂ ਇਹਨਾਂ ਨੂੰ ਰਣਜੀਤ ਸਿੰਘ ਨੂੰ ਮਾਰ ਦਿਓ, ਕਿਉਂਕਿ ਉਹਨਾਂ ਨੂੰ ਸ਼ੱਕ ਸੀ ਕਿ ਰਣਜੀਤ ਸਿੰਘ ਦਾ ਹੱਥ ਹੈ ਇਹ ਖਬਰਾਂ ਫੈਲਾਉਣ ਦਾ, ਇਹ ਪੈਂਫਲੇਟ ਵੰਡਣ ਦਾ, ਕਿ ਇੱਥੇ ਸਾਧਵੀਆਂ ਦਾ ਸ਼ੋਸ਼ਣ ਹੁੰਦਾ। ਅਤੇ ਇਸ ਕਰਕੇ ਆਰਡੀਨਰਲੀ ਤਾਂ ਸੋਚਦੇ ਸੀ ਕਿ ਇਹ ਕੇਸ ਦੀ ਜਿਹੜਾ ਡਿਸੀਜ਼ਨ ਹੈ ਫੋਰਗੋਨ ਹੈ, ਕਿ ਇਹ ਡਿਸੀਜ਼ਨ ਬਿਲਕੁਲ ਉਸ ਤਰ੍ਹਾਂ ਦਾ ਹੋਏਗਾ ਜਿਸ ਤਰ੍ਹਾਂ ਪਹਿਲਾਂ ਹੋਇਆ। ਮਗਰ ਕੁਛ ਸਰਕਮਸਟੈਂਸਿਸ ਆ ਗਈਆਂ ਅਪ੍ਰੈਲ ਤੋਂ ਬਾਅਦ ਜਿੱਥੇ ਕਿ ਸਾਨੂੰ ਸ਼ੱਕ ਹੋਇਆ, ਜਿਸ 'ਤੇ ਇਹਨਾਂ ਨੇ ਐਫਰਟ ਕੀਤੀ ਅਤੇ ਅਸੀਂ ਹਾਈ ਕੋਰਟ ਕੋਲ ਗਏ। ਹਾਈ ਕੋਰਟ ਕੋਲ ਪਾਵਰ ਹੈਗੀ ਹੈ ਕਿ ਤੁਸੀਂ ਕੇਸ ਟਰਾਂਸਫਰ ਕਰ ਦਿਓ, ਮਗਰ ਆਮ ਤੌਰ 'ਤੇ ਕੇਸ ਟਰਾਂਸਫਰ ਨਹੀਂ ਕਰਦੇ, ਕਿਉਂਕਿ ਮੁਜਰਿਮ ਅਕਸਰ ਜਿੱਥੇ ਸਖਤ ਜੱਜ ਹੁੰਦਾ ਉਹਦੇ ਖਿਲਾਫ ਝੂਠੇ ਵੀ ਇਲਜ਼ਾਮ ਲਾ ਸਕਦੇ ਨੇ। ਬਹੁਤ ਘੱਟ ਕੇਸਾਂ 'ਚ ਵਿਕਟਿਮ ਹਾਈ ਕੋਰਟ ਜਾਂਦਾ ਹੈ, ਕਿਉਂਕਿ ਵਿਕਟਿਮ ਨੂੰ ਤਾਂ ਇਹ ਇੰਟਰਸਟ ਹੁੰਦਾ ਕਿ ਕੇਸ ਜਲਦੀ ਫੈਸਲਾ ਦਿੱਤੇ। ਇੱਥੇ ਅਸੀਂ ਆਪ ਹੀ ਕਹਿ ਰਹੇ ਹਾਂ ਕਿ ਫੈਸਲਾ ਰੋਕ ਲਓ। ਇਸ ਦਾ ਮਤਲਬ ਹੈ ਕਿ ਵਿਕਟਿਮ ਨੂੰ ਵਾਕਿਆ ਕੋਈ ਸ਼ੱਕ ਦੀ ਬੁਨਿਆਦ ਹੋਣੀ ਹੈ ਜਿੱਥੇ ਉਹਨੂੰ ਲੱਗਦਾ ਕਿ ਇਨਸਾਫ ਨਹੀਂ ਹੋਏਗਾ, ਕਿਉਂਕਿ ਇੰਨੇ ਸਬੂਤਾਂ ਦੇ ਬਾਵਜੂਦ ਸਜ਼ਾ ਨਾ ਹੋਵੇ ਤਾਂ ਫਿਰ ਆਪਾਂ ਇਹਨੂੰ ਇਨਸਾਫ ਨਹੀਂ ਕਹਿ ਸਕਦੇ।
ਤੇ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਗਏ ਸੀ, ਹਾਈ ਕੋਰਟ ਨੇ ਸਾਡੀ ਗੱਲ ਸੁਣੀ, ਦਲੀਲ ਸੁਣੀ, ਉਹਨਾਂ ਨੇ ਘੱਟੋ ਘੱਟ ਅਗਲੇ ਕੁਛ ਦਿਨਾਂ ਲਈ ਫੈਸਲਿਆਂ 'ਤੇ ਰੋਕ ਲਗਾ ਦਿੱਤੀ ਹੈ। ਹੁਣ ਅਗਲੀ ਬਹਿਸ ਹੋਏਗੀ 27 ਅਗਸਤ ਨੂੰ, ਰਿਪੋਰਟ ਆਏਗੀ CBI ਦੀ, ਜੱਜ ਸਾਹਿਬ ਦੇ ਕਮੈਂਟਸ ਆਉਣਗੇ ਪ੍ਰੈਜ਼ਾਈਡਿੰਗ ਅਫਸਰ ਦੇ, ਉਸ ਤੋਂ ਬਾਅਦ ਹਾਈ ਕੋਰਟ ਫੈਸਲਾ ਕਰੇਗਾ ਕਿਸੇ ਹੋਰ ਜੱਜ ਸਾਹਿਬ ਨੇ ਸੁਣਨਾ ਹੈ ਕੇਸ ਜਾਂ ਇਸੇ ਜੱਜ ਸਾਹਿਬ ਨੇ ਸੁਣ ਕੇ ਫੈਸਲਾ ਦੇਣਾ। ਸਰ ਦਲੀਲ ਕਿਆ ਕੋਰਟ ਦੇ ਵਿੱਚ ਰੱਖੀ ਗਈ ਹੈ? ਮੇਨ ਤੁਸੀਂ ਬੋਲਿਆ ਕਿ ਸ਼ੱਕ ਸੀਗਾ 2019 ਤੋਂ ਬਹਿਸ ਚੱਲ ਰਹੀ ਹੈ, ਬੰਦ ਹੋ ਗਈ, ਦੁਬਾਰਾ ਬਹਿਸ ਸ਼ੁਰੂ ਹੋਈ, ਕਿਸ ਤਰੀਕੇ ਦਾ ਸ਼ੱਕ ਸੀ ਔਰ ਕਿਆ ਦਲੀਲ ਮੇਨ ਜਿਹੜੀ ਰੱਖੀ ਗਈ ਹੈ ਕਿ ਹੁਣ 27 ਨੂੰ ਔਰ ਜਿਹੜੀ ਬਹਿਸ ਹੋਏਗੀ ਉਸ ਦੇ ਵਿੱਚ ਕਿਆ ਖਾਸ ਰਹੇਗਾ, ਕਿਸ ਪੁਆਇੰਟ ਦੇ ਉੱਪਰ ਰਹੇਗਾ? ਨਹੀਂ, ਇੱਕ ਤਾਂ ਅਨਫੇਅਰ ਕੰਡਕਟ ਹੁੰਦਾ ਨਾ ਕਿ ਤੁਸੀਂ ਪਬਲਿਕ ਪ੍ਰੋਸੀਕਿਊਟਰ ਨੂੰ 15 ਦਿਨ ਦਾ ਟਾਈਮ ਦਿੰਦੇ ਜਦੋਂ ਕਿ 1.5 ਸਾਲ ਦੀ ਬਹਿਸ ਚੱਲ ਰਹੀ ਹੈ। ਡਿਫੈਂਸ ਕਾਉਂਸਲ ਮਹੀਨੇ ਬਹਿਸ ਕਰ ਰਹੇ ਨੇ। ਹੁਣ ਉਸ ਵੇਲੇ ਜੇ ਪਬਲਿਕ ਪ੍ਰੋਸੀਕਿਊਟਰ ਜਿਹਨੇ ਕਿ ਕੇਸ ਦੇ ਉਹਨਾਂ ਦੇ ਜਵਾਬ ਦੇਣੇ ਆ, ਤੁਸੀਂ ਉਹਨਾਂ ਨੂੰ 15 ਦਿਨ ਦਾ ਇਸ ਲਈ ਟਾਈਮ ਨਹੀਂ ਦੇ ਰਹੇ ਜਿੱਥੇ ਕਿ ਉਹ ਇਨਵੈਸਟੀਗੇਟਰ ਅਫਸਰ ਨੂੰ ਬੁਲਾ ਕੇ, ਕਿਉਂਕਿ ਉਹ ਰਿਟਾਇਰ ਹੋ ਚੁੱਕਾ ਹੈ, ਇਸ ਕਰਕੇ ਉਹਨੂੰ ਲੱਭ ਕੇ ਉਹਨੂੰ ਬੁਲਾਉਣਾ ਸੀ, ਉਹਨੂੰ ਰਿਕੁਐਸਟ ਕਰਨੀ ਸੀ ਕਿ ਮੇਰੀ ਮਦਦ ਕਰ। ਜਿਸ ਨੇ ਪੂਰੀ ਇਨਵੈਸਟੀਗੇਸ਼ਨ ਕੀਤੀ ਹੋਵੇ ਉਹ ਛੋਟੀ ਬਰੀਕੀਆਂ ਦਾ ਜਵਾਬ ਦੇ ਸਕਦਾ ਹੈ। ਜਿਹੜਾ ਵਕੀਲ ਹੁੰਦਾ ਪਬਲਿਕ ਪ੍ਰੋਸੀਕਿਊਟਰ ਨੂੰ, ਉਹਨੂੰ ਕਦੀ ਵੀ ਉਨੀ ਚੀਜ਼ ਨਹੀਂ ਪਤਾ ਹੁੰਦੀ ਜਦ ਤੱਕ ਜਿੰਨੇ ਨੇ ਇਨਵੈਸਟੀਗੇਸ਼ਨ ਕੀਤਾ ਉਹਨੂੰ ਹਮੇਸ਼ਾ ਜ਼ਿਆਦਾ ਪਤਾ ਹੁੰਦਾ ਹੈ। ਤਾਂ ਹਰ ਵਾਰੀ ਜਦੋਂ ਕੋਈ ਟਰਾਇਲ ਚੱਲਦਾ ਹੈ, ਬਹਿਸ ਹੁੰਦੀ, ਤਾਂ ਇਨਵੈਸਟੀਗੇਸ਼ਨ ਅਫਸਰ ਅਕਸਰ ਪਬਲਿਕ ਪ੍ਰੋਸੀਕਿਊਟਰ ਦੇ ਨਾਲ ਖੜਾ ਹੁੰਦਾ ਹੈ ਉਹਦੀ ਮਦਦ ਕਰਨ ਲਈ। ਇਸ ਕੇਸ ਵਿੱਚ ਉਹ 15 ਦਿਨ ਵੀ ਨਹੀਂ ਦਿੱਤੇ ਗਏ। ਕਿੰਨੀ ਵੱਡੀ ਸਰਕਮਸਟਾਂਸ ਹੈ ਕਿ ਅਨਫੇਅਰਨੈਸ ਹੋ ਰਹੀ ਹੈ। ਇਹਦਾ ਅਨਫੇਅਰਨੈਸ ਤਾਂ ਦਿਖਦੀ ਹੋਈ ਹੈ ਨਾ ਕਿ ਜਿੱਥੇ ਤੁਸੀਂ 2-4 ਮਹੀਨੇ ਇੱਕ ਉਹਨਾਂ ਦੇ ਵਕੀਲ ਆਫਟਰ ਵਕੀਲ, ਨਵਾਂ ਵਕੀਲ ਆ ਕੇ ਨਵਾਂ ਵਕਾਲਨਾਮਾ ਫਿਰ ਬਹਿਸ ਸ਼ੁਰੂ ਕਰ ਦਿੰਦਾ ਸੀ, ਇੱਥੇ ਪਬਲਿਕ ਪ੍ਰੋਸੀਕਿਊਟਰ ਨੂੰ ਤੁਸੀਂ 15 ਦਿਨ ਨਹੀਂ ਦੇ ਰਹੇ। ਇਹ ਬੜਾ ਵੱਡਾ ਸਰਕਮਸਟਾਂਸ। ਦੂਸਰਾ ਹੈ ਕਿ ਕਰਪਸ਼ਨ ਚਾਰਜਿਸ ਉਹਨਾਂ 'ਤੇ ਲੱਗੇ ਅਗਸਤ ਵਿੱਚ ਹੀ, ਉਸ ਕਰਪਸ਼ਨ ਦੇ ਵਿੱਚ ਵਕੀਲ ਨੇ ਲਗਾਏ ਨੇ, ਉਸ ਕੇਸ ਵਿੱਚ ਡਾਕੂਮੈਂਟਰੀ ਸਬੂਤ ਹੈ। ਅਤੇ ਜਦੋਂ ਪ੍ਰੈਜ਼ਾਈਡਿੰਗ ਅਫਸਰ 'ਤੇ ਕਰਪਸ਼ਨ ਚਾਰਜਿਸ ਲੱਗਣ, ਅਨਫੇਅਰਨੈਸ ਦੇ ਚਾਰਜਿਸ ਲੱਗਣ, ਤਾਂ ਉਹਨਾਂ ਹਾਲਾਤਾਂ ਵਿੱਚ ਇੱਦਾਂ ਦਾ ਕ੍ਰੂਸ਼ਲ ਕੇਸ ਘੱਟੋ ਘੱਟ ਉਹਨੂੰ ਨਹੀਂ ਡਿਸਾਈਡ ਕਰਨਾ ਚਾਹੀਦਾ। ਇਹ ਪਬਲਿਕ 'ਤੇ ਵੀ ਬੜਾ ਅਸਰ ਪੈਂਦਾ ਹੈ, ਕ੍ਰਿਮੀਨਲ ਜਸਟਿਸ ਸਿਸਟਮ ਦੀ ਰੈਪੂਟੇਸ਼ਨ ਵੀ ਨੀਚੇ ਕਰਦੀ ਹੈ। ਤਾਂ ਇਹ ਇੱਥੇ ਇਹ ਨਹੀਂ ਇਸ ਕੋਰਟ ਨੇ ਸੋਚਣਾ ਜਾਂ ਹਾਈ ਕੋਰਟ ਨੇ ਇਹ ਨਹੀਂ ਕਹਿਣਾ ਕਿ ਜੱਜ ਕਰਪਟ ਹੈ ਜਾਂ ਨਹੀਂ ਹੈ। ਉਹਨਾਂ ਨੂੰ ਤਾਂ ਲੱਗਦਾ ਕੁਝ ਸਰਕਮਸਟੈਂਸ 'ਤੇ ਸ਼ੱਕ ਪੈਂਦਾ ਕਿ ਇਹ ਫੇਅਰ ਟਰਾਇਲ ਨਹੀਂ ਹੋਏਗਾ, ਇਸ ਕਰਕੇ ਬਿਨਾਂ ਕਮੈਂਟ ਕੀਤੇ ਜੱਜ ਸਾਹਿਬ ਦੇ ਕਰੈਕਟਰ 'ਤੇ ਜਾਂ ਉਹਨਾਂ ਦੇ ਕੰਡਕਟ 'ਤੇ ਇਹ ਟਰਾਇਲ ਸ਼ਿਫਟ ਕਰ ਦਿਓ। ਅਤੇ ਅਸੀਂ ਇਹੀ ਚਾਹੁੰਦੇ ਹਾਂ, ਅਸੀਂ ਕੁਛ ਇਹ ਨਹੀਂ ਚਾਹੁੰਦੇ ਕਿ ਕੁਛ ਹੋਰ ਗੱਲ ਹੋਵੇ, ਅਸੀਂ ਤਾਂ ਚਾਹੁੰਦੇ ਕੋਈ ਹੋਰ ਜੱਜ ਸਾਹਿਬ ਸੁਣ ਕੇ, ਬਹਿਸ ਸੁਣ ਕੇ ਫੈਸਲਾ ਦੇ ਦੇਣ। ਜਗਸੀਰ ਤੁਹਾਡੇ ਕੋਲ ਵੀ ਜਾਣਨਾ ਚਾਹਾਂਗੇ, ਸਰ ਨੇ ਬੋਲਿਆ ਕਿ ਬੜਾ ਲੰਬਾ ਅਰਸਾ ਤੁਸੀਂ ਸੰਘਰਸ਼ ਕੀਤਾ ਹੈ, ਬੜਾ ਲੜੇ ਹੋ ਇਸ ਚੀਜ਼ ਨੂੰ ਲੈ ਕੇ। ਅਗਰ ਉਸ ਦੌਰ ਦੀ ਗੱਲ ਕੀਤੀ ਜਾਵੇ, ਕਿਸ ਤਰੀਕੇ ਦੀ ਪ੍ਰੋਬਲਮ ਸਾਹਮਣੇ ਆਉਂਦੀ ਸੀ ਔਰ ਤੁਸੀਂ ਹੁਣ ਕੇਸ ਟ੍ਰਾਂਸਫਰ ਦੇ ਇੱਕਦਮ ਤੋਂ ਤੁਸੀਂ ਪਾਇਆ ਹੈ ਕਿਉਂਕਿ ਮਹਿਜ਼ ਪਰਸੋਂ ਹੀ ਇਸ ਦੇ ਉੱਪਰ ਫੈਸਲਾ ਆਉਣਾ ਸੀ, ਕਿਆ ਸੋਚ ਕੇ ਔਰ ਕਿਆ ਲੱਗਿਆ ਸੀ ਔਰ ਕਿਸ ਤਰੀਕੇ ਦਾ ਸਟਰਗਲ ਰਿਹਾ ਸੀ? ਕਿਉਂਕਿ बाबे के खिलाफ लड़ना भी, राम रहीम के खिलाफ लड़ना बहुत बड़ी गल हो जाती है। काफ़ी रहा इसमें। हमारे बुजुर्गों ने, जो चौधरी जोगिंदर सिंह जी दोनों ने सारा केस लड़ा, मेरे दादाजी थे, तो इसमें सारा कुछ उन्होंने बहुत संघर्ष किया। यहाँ तक केस उन्होंने इतनी मेहनत करी, यहाँ तक केस को पहुँचाया। और लास्ट टाइम में अगर कुछ ऐसे सर्कमस्टांस बनते हैं तो कहाँ से पैदा हुआ था? कई काफ़ी सर्कमस्टांस, जैसे सर ने आपको अभी बताया ही है सारा। और कल खुद की ही अपने देखा हमने खुद कोर्ट में, जिस टाइम बाबा एक मान लो रेपिस्ट और एक मर्डरर पेश होता है वीडियो कॉन्फ्रेंस पे, जज साहब उसको बाबा जी राम कह के और बाबा जी 26 को फैसला होगा इस तरह से बोलते हैं। तो एज अ पब्लिक में उस चीज़ का आप देख सकते हो कि किस तरह से हो जाता है। जैसे आपने बोला कि एक लंबा अरसा था संघर्ष, मतलब बहुत ज़्यादा मुश्किल से आप इस लड़ाई की तरफ बढ़े, जब आपने शुरू किया इसके खिलाफ बोलना, चीज़ें इकट्ठा करना, क्योंकि आपके फादर के ऊपर बहुत सारे इल्ज़ाम उसको मतलब कहा गया था ये सब चीज़ें की जाए उनके साथ, तो कितना मुश्किल परिवार के लिए भी था और यहाँ तक पहुँचना, लड़ाई को यहाँ तक लेकर आना कितना मुश्किल हो जाता है? बहुत। ये तो मैम एक चट्टान के साथ लड़ाई करने वाली बात थी, बिल्कुल। एक कोई छोटी मोटी बात है नहीं कि हमारे बुजुर्गों ने बहुत हिम्मत से काम लिया, सारा कुछ इसमें बहुत संघर्ष किया उन्होंने। कभी डर नहीं लगा कि हाँ इस तरीके से जिस तरीके के उसके कारनामे थे? डर अपनी जगह है, डर भी है, पर और ऐसा कभी और किसी के साथ ऐसा ना हो, इसलिए काफ़ी उन्होंने बहुत वो किया। ਥੈਂਕ ਯੂ ਸੋ ਮਚ। ਸੋ ਇਸ ਸਾਡੇ ਨਾਲ ਗੱਲ ਕਰਨ ਦੇ ਲਈ RS ਬੈਂਸ ਸਰ ਤੇ ਉਹਨਾਂ ਦੇ ਪੁੱਤਰ ਤੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਉਸ ਮਾਮਲੇ ਵਿੱਚ ਹੁਣ 27 ਅਗਸਤ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਮੁੜ ਤੋਂ ਇਸ ਮਾਮਲੇ ਦੇ ਉੱਪਰ ਬਹਿਸ ਹੋਏਗੀ। ਲੇਕਿਨ ਦੇਖਣਾ ਬਹੁਤ ਅਹਿਮ ਰਹੇਗਾ ਕਿ ਕਿਆ ਇਹ ਮਾਮਲਾ ਦੂਸਰੇ ਜੱਜ ਕੋਲ ਟ੍ਰਾਂਸਫਰ ਹੁੰਦਾ ਹੈ ਜਾਂ ਨਹੀਂ। ਕੈਮਰਾਮੈਨ ਸੁਖਵਿੰਦਰ ਦੇ ਨਾਲ ਅਮਨਪ੍ਰੀਤ ਕੌਰ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ। ਥੈਂਕ ਯੂ।